परम सत्कारयोग गुरु रूप गुरु प्यारी गुरु खालसा साध संगत जी। आओ सब तो पहला शहीद पिता दे पुत्र शहीद पुत्रां दे पिता सरवंस दानी साहिबे कमाल धन गुरु गोबिंद सिंह महाराज जियां वल्लों बख्शिश कीती हुई फतेह बुलाइए। कोई भी रसना वांझी नारे सारी संगत गज के आखो जी। वाहिगुरु जी का खालसा वाहिगुरु जी की फतेह। सतगुरु जियां ने अपार रहमत कीती है, अपार बख्शिश कीती है, जो कि एक कलयुग के भयानक समय अंदर सतगुरु जियां ने सतसंगत करन दा सानू सुभागा समा बख्शिश कीता है। बाणी विच महाराज कहंदे वड भागी साध संग प्राप्त तिन भेटत दुरमत खोई। ਵੱਡੇ ਭਾਗਾਂ ਦੇ ਨਾਲ ਚੰਗੇ ਕਰਮਾਂ ਦੇ ਨਾਲ ਗੁਰੂ ਜੀ ਦੀ ਸੰਗਤ ਵਿੱਚ ਆਇਆ ਜਾਂਦਾ ਹੈ ਤੇ ਸਤਿਗੁਰੂ ਜੀ ਦੀ ਸੰਗਤ ਵਿੱਚ ਆਉਣ ਦਾ ਲਾਭ ਕਿੰਨਾ ਕੁ ਹੈ। ਮਹਾਰਾਜ ਕਹਿੰਦੇ ਜਿਹੜੀ ਤੇਰੇ ਮਨ ਵਿੱਚ ਮੈਲੀ ਮੱਤ ਹੈ ਉਹ ਸਾਰੀ ਤੇਰੀ ਮੱਤ ਧੋਤੀ ਜਾਏਗੀ ਤੇ ਤੇਰੇ ਮਨ ਵਿੱਚ ਚੰਗੀ ਮੱਤ ਪ੍ਰਵੇਸ਼ ਕਰ ਜਾਏਗੀ। ਗੁਰੂ ਜੀ ਦੀ ਮੱਤ ਤੇਰੇ ਮਨ ਵਿੱਚ ਪ੍ਰਵੇਸ਼ ਕਰ ਜਾਏਗੀ ਜੇ ਤੂੰ ਸਤਿਗੁਰੂ ਜੀ ਦੀ ਸੰਗਤ ਵਿੱਚ ਆਏਗਾ, ਜੇ ਤੂੰ ਗੁਰੂ ਦੀ ਬਾਣੀ ਨੂੰ ਸੁਣੇਗਾ, ਜੇ ਤੂੰ ਭਲੇ ਦੇ ਕੰਮ ਕਰੇਗਾ, ਫਿਰ ਤੇਰੇ ਮਨ ਵਿੱਚ ਚੰਗੀ ਮੱਤ ਪ੍ਰਵੇਸ਼ ਕਰ ਜਾਏਗੀ। ਸੋ ਸਤਿਗੁਰੂ ਜੀਆਂ ਨੇ ਸਾਨੂੰ ਸਤਸੰਗ ਦਾ ਵਡਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਸੋ ਆਓ ਅੱਜ ਸਤਿਗੁਰੂ ਜੀ ਦੀ ਰਹਿਮਤ ਸਦਕਾ ਸੰਗਰਾਂਦ ਦਾ ਪਾਵਨ ਪਵਿੱਤਰ ਦਿਹਾੜਾ ਹੈ। ਸਤਿਗੁਰੂ ਜੀਆਂ ਨੇ ਪੋਹ ਮਹੀਨੇ ਦੀ ਅੱਜ ਬਖਸ਼ਿਸ਼ ਕੀਤੀ ਹੈ। ਮੱਘਰ ਦਾ ਮਹੀਨੇ ਦੀ ਸਮਾਪਤੀ ਹੋਈ ਹੈ। ਅੱਜ ਪੋਹ ਦੇ ਮਹੀਨੇ ਦੀ ਆਰੰਭਤਾ ਹੋ ਰਹੀ ਹੈ। ਸਤਿਗੁਰੂ ਜੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਜੋ ਬਾਣੀ ਉਚਾਰਨ ਕੀਤੀ ਹੈ 12 ਮਾਹਾਂ ਮਾਝ ਰਾਗ ਅੰਦਰ, ਉਸ ਅੰਦਰ ਸਤਿਗੁਰੂ ਜੀ ਨੇ ਸਾਨੂੰ ਪੋਹ ਦੇ ਮਹੀਨੇ ਦੁਆਰਾ ਕੀ ਉਪਦੇਸ਼ ਬਖਸ਼ਿਸ਼ ਕੀਤਾ ਹੈ। ਉਸ ਪੋਹ ਦੇ ਮਹੀਨੇ ਦੀ ਆਪਾਂ ਵਿਆਖਿਆ ਭਾਵ ਵਿਚਾਰ ਕਰਨੀ ਹੈ ਕਿ ਸਤਿਗੁਰੂ ਜੀ ਸਾਨੂੰ ਕੀ ਉਪਦੇਸ਼ ਦੇ ਰਹੇ ਨੇ, ਸਤਿਗੁਰੂ ਜੀ ਸਾਡੇ ਤੇ ਕੀ ਰਹਿਮਤ ਕਰ ਰਹੇ ਨੇ। ਤੇ ਕੱਲਾ ਆਪਾਂ ਸੁਣਨਾ ਹੀ ਨਹੀਂ, ਜਿਹੜੀ ਆਪਾਂ ਵਿਚਾਰ ਕਰਾਂਗੇ ਉਹ ਆਪਣੇ ਹਿਰਦਿਆਂ ਦੇ ਅੰਦਰ ਜ਼ਰੂਰ ਵਸਾਉਣੀ ਹੈ ਵੀ ਸਤਿਗੁਰੂ ਜੀ ਸਾਡੇ ਤੇ ਆਹ ਰਹਿਮਤ ਕਰ ਰਹੇ ਨੇ, ਆਪਾਂ ਇਹ ਮਨ ਅੰਦਰ ਵਸਾਉਣਾ। ਕਿਉਂਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਸਿੱਖਾਂ ਨੇ ਆਖਿਆ ਸੀ, ਮਹਾਰਾਜ ਆਪ ਜੀ ਕਿਰਪਾ ਕਰੋ ਸਾਨੂੰ ਸੰਗਰਾਂਦ ਦੇ ਪਵਿੱਤਰ ਦਿਹਾੜੇ ਤੇ ਉਪਦੇਸ਼ ਬਖਸ਼ੋ। ਕਿਉਂਕਿ ਮਹਾਰਾਜ ਲੋਕ ਬ੍ਰਾਹਮਣਾਂ ਕੋਲ ਜਾ ਕੇ ਸੰਗਰਾਂਦ ਦਾ ਉਪਦੇਸ਼ ਸੁਣਦੇ ਐ, ਪਰ ਬਾਹਮਣ ਲੋਕਾਂ ਨੂੰ ਗਲਤ ਰਾਹ ਪਾਉਂਦੇ ਐ, ਭੁਲੇਖਿਆਂ ਵਿੱਚ ਪਾਉਂਦੇ ਐ, ਵਹਿਮਾਂ ਭਰਮਾਂ ਵਿੱਚ ਪਾਉਂਦੇ ਐ। ਸਤਿਗੁਰੂ ਜੀ ਕਿਰਪਾ ਕਰੋ ਸਾਨੂੰ ਸੰਗਰਾਂਦ ਦੇ ਦਿਹਾੜੇ ਤੇ ਵੀ ਕੋਈ ਬਾਣੀ ਦੀ ਬਖਸ਼ਿਸ਼ ਕਰੋ, ਤਾਂ ਜੋ ਆਪ ਜੀ ਦੇ ਸਿੱਖ ਸੰਗਰਾਂਦ ਦੇ ਦਿਹਾੜੇ ਆਪ ਜੀ ਦੀ ਬਾਣੀ ਨੂੰ ਵਿਚਾਰ ਕੇ ਜੀਵਨ ਦੀ ਸੇਧ ਲੈ ਸਕਣ। ਉਸ ਸਮੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਆਖਿਆ ਸੀ ਵੀ ਸਿੱਖੋ 12 ਮਾਹਾਂ ਦੀ ਬਾਣੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤੁਖਾਰੀ ਰਾਗ ਵਿੱਚ ਉਚਾਰਨ ਕੀਤੀ ਹੈ। ਤੁਸੀਂ ਉਹ ਪੜ੍ਹਿਆ ਕਰੋ, ਵਿਚਾਰਿਆ ਕਰੋ। ਉਸ ਸਮੇਂ ਪਿਆਰ ਵਾਲੇ ਸਿੱਖਾਂ ਨੇ ਹੱਥ ਜੋੜ ਕੇ ਨਿਮਰਤਾ ਦੇ ਨਾਲ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਬੇਨਤੀ ਕੀਤੀ, ਐ ਸਤਿਗੁਰੂ ਜੀ ਤੁਖਾਰੀ ਰਾਗ ਵਿੱਚ ਜੋ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਣੀ ਉਚਾਰਨ ਕੀਤੀ ਹੈ, ਮਹਾਰਾਜ ਉਹ ਬਾਣੀ ਬੜੀ ਮਹਿੰਗੀ ਬਾਣੀ ਹੈ। ਮਹਾਰਾਜ ਆਮ ਸਿੱਖਾਂ ਦੇ ਸਮਝ ਵਿੱਚ ਨਹੀਂ ਆਉਂਦੀ। ਆਪ ਜੀ ਕਿਰਪਾ ਕਰੋ ਸੁਖੈਨ ਢੰਗ ਦੇ ਨਾਲ ਸਿੱਖਾਂ ਨੂੰ ਬਾਣੀ ਦੀ ਬਖਸ਼ਿਸ਼ ਕਰੋ, ਤਾਂ ਜੋ ਆਪ ਜੀ ਦੇ ਸਿੱਖ ਬਾਣੀ ਤੋਂ ਜੀਵਨ ਦੀ ਜਾਂਚ ਸਿੱਖ ਸਕਣ। ਸੰਗਰਾਂਦ ਦੇ ਦਿਹਾੜੇ ਤੇ ਆਪ ਜੀ ਦੀ ਬਾਣੀ ਨੂੰ ਪੜ੍ਹ ਕੇ ਇਹ ਸਮਝ ਸਕਣ ਵੀ ਸਾਨੂੰ ਜ਼ਿੰਦਗੀ ਮਿਲੀ ਕਿਉਂ ਹੈ, ਸਾਨੂੰ ਮਨੁੱਖਾ ਜਾਮਾ ਕਿਉਂ ਮਿਲਿਆ। ਉਸ ਸਮੇਂ ਫਿਰ ਸਿੱਖਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਮਾਝ ਰਾਗ ਅੰਦਰ 12 ਮਾਹਾਂ ਦੀ ਜੋ ਬਾਣੀ ਉਚਾਰਨ ਕੀਤੀ ਹੈ, ਉਸ 12 ਮਾਹਾਂ ਦੀ ਬਾਣੀ ਵਿੱਚੋਂ
ਜਿਹੜਾ 11ਵਾਂ ਸ਼ਬਦ ਹੈ ਉਹ ਹੈ ਪੋ ਮਹੀਨੇ ਦਾ, ਉਹਦੀ ਆਪਾਂ ਵਿਚਾਰ ਕਰਨੀ ਹੈ। ਆਓ ਸਤਿਗੁਰੂ ਜੀ ਕੀ ਰਹਿਮਤ ਕਰ ਰਹੇ ਨੇ, ਸਾਰੀ ਸੰਗਤ ਪਿਆਰ ਨਾਲ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਭੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਹੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪੋ ਮਹੀਨੇ ਦੁਆਰਾ ਸਾਨੂੰ ਉਪਦੇਸ਼ ਦੇ ਰਹੇ ਨੇ, ਬਾਣੀ ਦੁਆਰਾ ਸਾਡੇ ਤੇ ਕਿਰਪਾ ਕਰ ਰਹੇ ਨੇ। ਮਹਾਰਾਜ ਕਹਿੰਦੇ ਪੋਖ ਤੁਖਾਰ ਨਾ ਵਿਆਪਈ। ਪੋਖ ਤੋਂ ਭਾਵ ਹੈ ਪੋਹ ਦਾ ਮਹੀਨਾ, ਤੁਖਾਰ ਤੋਂ ਭਾਵ ਹੈ ਕੱਕਰ, ਕੋਰਾ। ਸਤਿਗੁਰੂ ਜੀ ਕਹਿੰਦੇ ਜਿਵੇਂ ਪੋਹ ਦੇ ਮਹੀਨੇ ਅੰਦਰ ਬੜੀ ਠੰਡ ਹੁੰਦੀ ਹੈ, ਪੋਹ ਦੇ ਮਹੀਨੇ ਅੰਦਰ ਸਰੀਰ ਨੂੰ ਵੀ ਠੰਡ ਲੱਗਦੀ ਹੈ, ਪਰ ਉਹਨਾਂ ਨੂੰ ਪੋਹ ਦੇ ਮਹੀਨੇ ਅੰਦਰ ਠੰਡ ਨਹੀਂ ਵਿਆਪੇਗੀ, ਨਹੀਂ ਲੱਗੇਗੀ, ਉਹਨਾਂ ਤੇ ਕੋਰਾ ਨਹੀਂ ਪਏਗਾ। ਕਿਹਨਾਂ ਤੇ? ਕੰਠ ਮਿਲਿਆ ਹਰ ਨਾਹੋ। ਕੰਠ ਤੋਂ ਭਾਵ ਹੈ ਗਲਾ। ਜਿਨ੍ਹਾਂ ਦੇ ਹਿਰਦੇ ਰੂਪੀ ਘਰ ਵਿੱਚ, ਇਸ ਗਲੇ ਵਿੱਚ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਹੈ, ਉਹਨਾਂ ਨੂੰ ਬਾਹਰਲੀ ਠੰਡ ਵੀ ਤੰਗ ਨਹੀਂ ਕਰੇਗੀ ਤੇ ਅੰਦਰਲੀ ਠੰਡ ਵੀ ਤੰਗ ਨਹੀਂ ਕਰੇਗੀ। ਗੁਰਮੁਖੋ, ਬਾਹਰਲੀ ਠੰਡ ਵੀ ਇਨਸਾਨ ਨੂੰ ਬਹੁਤ ਤੰਗ ਕਰਦੀ ਹੈ, ਸੁਸਤੀ ਪਾਉਂਦੀ ਹੈ, ਆਲਸੀ ਕਰਦੀ ਹੈ। ਨਾਮ ਜਪਣ ਨੂੰ ਇਨਸਾਨ ਦਾ ਮਨ ਨਹੀਂ ਕਰਦਾ, ਇਹ ਕਹਿੰਦਾ ਵੀ ਅੰਮ੍ਰਿਤ ਵੇਲਾ ਕੋਈ ਨਹੀਂ, ਹੋਰ ਥੋੜਾ ਜਿਹਾ ਸੌਂ ਲੈਣੇ ਆ, ਇਹਦਾ ਕੰਬਲ ਖਹਿੜਾ ਨਹੀਂ ਛੱਡਦਾ। ਪਰ ਮਹਾਰਾਜ ਕਹਿੰਦੇ ਜਿਹੜਾ ਸੱਚੇ ਦਿਲੋਂ ਆਪਣੇ ਕੰਠ ਵਿੱਚ ਪਰਮਾਤਮਾ ਦਾ ਨਾਮ ਵਸਾ ਕੇ ਰੱਖੇਗਾ, ਜਿਹੜਾ ਸੱਚੇ ਦਿਲੋਂ ਪਰਮਾਤਮਾ ਨੂੰ ਯਾਦ ਕਰਦਾ, ਉਹਨਾਂ ਨੂੰ ਫਿਰ ਬਾਹਰਲੀ ਠੰਡ ਵੀ ਤੰਗ ਨਹੀਂ ਕਰਦੀ। ਇੱਥੇ ਸਵਾਲ ਪੈਦਾ ਹੁੰਦਾ ਹੈ, ਕਈ ਕਹਿ ਦੇਣਗੇ ਵੀ ਸਾਡੇ ਕੋਲ ਬੜਾ ਪੈਸਾ ਹੈ, ਬੜੇ ਦੁਨੀਆ ਵਿੱਚ ਅਮੀਰ ਲੋਕ ਹੈ, ਵੀ ਅਸੀਂ ਬਾਹਰੋਂ ਹੀਟਰ ਲਾ ਸਕਦੇ ਹਾਂ, ਸਾਡੀ ਗੱਡੀਆਂ ਵਿੱਚ ਹੀਟਰ ਹੈ, ਦਫ਼ਤਰ ਵਿੱਚ ਜਾਂਦੇ ਉੱਥੇ ਹੀਟਰ ਹੈ, ਸਾਨੂੰ ਤਾਂ ਬਾਹਰਲੀ ਠੰਡ ਨਹੀਂ ਤੰਗ ਕਰਦੀ। ਪਰ ਉਹਨਾਂ ਨੂੰ ਪੁੱਛ ਕੇ ਦੇਖੋ, ਉਹਨਾਂ ਦੇ ਅੰਦਰ ਠੰਡ ਹੈ। ਅੰਦਰ ਕਿਹੜੀ ਠੰਡ ਹੈ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰਾਂ ਦਾ ਕੱਕਰ ਪਿਆ ਹੋਇਆ ਹੈ। ਤੁਸੀਂ ਦੇਖੋਗੇ ਜਦੋਂ ਬਾਹਰੋਂ ਠੰਡ ਪੈਂਦੀ ਹੈ, ਕੋਰਾ ਪੈਂਦਾ ਹੈ, ਬਰਫ਼ ਪੈਂਦੀ ਹੈ, ਤਾਂ ਬਨਸਪਤੀ ਮੁਰਝਾ ਜਾਂਦੀ ਹੈ। ਇਸੇ ਤਰ੍ਹਾਂ ਇਹ ਜਿਹੜਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਕੱਕਰ ਸਾਡੇ ਮਨ ਤੇ ਪੈਂਦਾ, ਇਹ ਬਰਫ਼ ਸਾਡੇ ਮਨ ਤੇ ਜਦੋਂ ਪੈਂਦੀ ਹੈ, ਹਿਰਦੇ ਰੂਪੀ ਘਰ ਵਿੱਚ ਪੈਂਦੀ ਹੈ, ਤਾਂ ਸਾਡਾ ਹਿਰਦਾ ਵੀ ਮੁਰਝਾ ਜਾਏਗਾ। ਹਿਰਦਾ ਵੀ ਮੁਰਝਾ ਜਾਂਦਾ ਹੈ। ਇਸ ਮੁਰਝਾਏ ਹੋਏ ਹਿਰਦੇ ਨੂੰ ਫਿਰ ਤੰਦਰੁਸਤ ਕਰਨਾ, ਫਿਰ ਚੁਸਤ ਬਣਾਉਣਾ, ਉਹਦਾ ਇੱਕੋ ਹੀ ਇੱਕ ਇਲਾਜ ਹੈ। ਉਹ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਅੱਜ ਸਾਡੇ ਤੇ ਕਿਰਪਾ ਕਰਦੇ ਸਾਨੂੰ ਸਮਝਾ ਰਹੇ ਨੇ ਵੀ ਜੇ ਤੂੰ ਪੋਹ ਦੇ ਮਹੀਨੇ ਵਿੱਚ ਕੱਕਰ ਤੋਂ ਬਚਣਾ ਚਾਹੁੰਦਾ ਹੈ, ਕੋਰੇ ਤੋਂ ਬਚਣਾ ਚਾਹੁੰਦਾ ਹੈ, ਤਾਂ ਫਿਰ ਕੀ ਕਰ? ਕੰਠ ਮਿਲਿਆ ਹਰ ਨਾਹੋ। ਆਪਣੇ ਹਿਰਦੇ ਰੂਪੀ ਘਰ ਵਿੱਚ, ਆ ਕੰਠ ਵਿੱਚ, ਗਲੇ ਵਿੱਚ ਪਰਮਾਤਮਾ ਦਾ ਨਾਮ ਪਰੋ ਲੈ, ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦੇ। ਮਨ ਬੇਦਿਆ ਚਰਨਾਰ ਬਿੰਦ, ਦਰਸ਼ਨ ਲਗੜਾ ਸਾਹੋ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਆਪਣੇ ਕੰਠ ਵਿੱਚ ਪਰਮਾਤਮਾ ਦਾ ਨਾਮ ਵਸਾ ਲਿਆ, ਉਹਨਾਂ ਨੂੰ ਫਿਰ ਬਾਹਰਲੀ ਠੰਡ ਤੰਗ ਨਹੀਂ ਕਰਦੀ, ਉਹਨਾਂ ਨੂੰ ਅੰਦਰ ਦੀ ਠੰਡ ਤੰਗ ਨਹੀਂ ਕਰਦੀ। ਮਨ ਬੇਦਿਆ ਚਰਨਾਰ ਬਿੰਦ, ਤੇ ਉਹਨਾਂ ਦਾ ਮਨ ਪਰਮਾਤਮਾ ਦੇ ਚਰਨਾਂ ਦੇ ਨਾਲ ਵਿੰਨਿਆ ਜਾਂਦਾ ਹੈ, ਭਾਵ ਵੱਜ ਜਾਂਦਾ ਹੈ, ਜੁੜ ਜਾਂਦਾ ਹੈ। ਕਿਉਂ? ਦਰਸ਼ਨ ਲਗੜਾ ਸਾਹੋ, ਕਿਉਂਕਿ ਉਹਨਾਂ ਦੇ ਮਨ ਵਿੱਚ ਹਮੇਸ਼ਾ ਹੀ ਪਰਮਾਤਮਾ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਤਾਂਘ ਲੱਗੀ ਰਹਿੰਦੀ ਹੈ। ਸਾਡੇ ਮਨਾਂ ਵਿੱਚ ਕੀ ਤਾਂਘ ਹੈ? ਸਾਡੇ ਕੋਲ ਬਹੁਤ ਮਾਇਆ ਆ ਜਾਏ, ਸਾਡੇ ਘਰ ਵਿੱਚ ਪੁੱਤਰ ਧੀ ਆ ਜਾਣ, ਸਾਡੀ ਵਧੀਆ ਕੋਠੀ ਬਣ ਜਾਏ, ਵਧੀਆ ਘਰ ਆ ਜਾਏ। ਸਾਡੇ ਮਨ ਵਿੱਚ ਤਾਂਘ ਹੈ ਦੁਨਿਆਵੀ ਪਦਾਰਥਾਂ ਦੀ। ਪਰ ਜਿਨ੍ਹਾਂ ਦੇ ਹਿਰਦੇ ਰੂਪੀ ਘਰ ਵਿੱਚ ਪਰਮਾਤਮਾ ਵਸ ਗਿਆ, ਜਿਨ੍ਹਾਂ ਨੇ ਆਪਣੇ ਕੰਠ ਵਿੱਚ ਪਰਮਾਤਮਾ ਦਾ ਨਾਮ ਨੂੰ ਪਰੋ ਲਿਆ, ਮਹਾਰਾਜ ਕਹਿੰਦੇ ਉਹਨਾਂ ਦੇ ਮਨ ਵਿੱਚ ਤਾਂਘ ਹੁੰਦੀ ਹੈ ਪਰਮਾਤਮਾ ਦੇ ਦਰਸ਼ਨਾਂ ਦੀ।
ਉਹ ਹਰ ਸਮੇਂ ਹੀ ਇਹ ਲੋਚਦੇ ਹੈ ਵੀ ਐ ਵਾਹਿਗੁਰੂ ਜੀ ਕਿਰਪਾ ਕਰੋ, ਸਾਨੂੰ ਆਪਣੇ ਦਰਸ਼ਨ ਬਖਸ਼ੋ। ਬੜੇ ਜਨਮ ਹੋ ਗਏ ਤੁਹਾਡੇ ਨਾਲ ਵਿਛੜਿਆਂ ਹੋਇਆਂ ਨੂੰ, ਹੁਣ ਕਿਰਪਾ ਕਰੋ ਸਾਨੂੰ ਆਪਣੇ ਚਰਨਾਂ ਨਾਲ ਜੋੜ ਲਓ। ਜਿਹੜੇ ਇਹ ਮੰਗ ਮੰਗਦੇ ਐ, ਮਹਾਰਾਜ ਕਹਿੰਦੇ ਉਹਨਾਂ ਨੂੰ ਫਿਰ ਪੋਹ ਦੇ ਮਹੀਨੇ ਦੀ ਠੰਡ, ਪੋਹ ਦੇ ਮਹੀਨੇ ਦਾ ਕੱਕਰ ਨਹੀਂ ਸਤਾਉਂਦਾ। ਓਟ ਗੋਬਿੰਦ ਗੋਪਾਲ ਰਾਏ, ਸੇਵਾ ਸੁਆਮੀ ਲਾਹੋ। ਜਿਹੜੇ ਆਪਣੇ ਕੰਠ ਵਿੱਚ ਪ੍ਰਮਾਤਮਾ ਦਾ ਨਾਮ ਪਰੋ ਕੇ ਰੱਖਦੇ ਐ, ਜਿਨ੍ਹਾਂ ਦਾ ਮਨ ਵਾਹਿਗੁਰੂ ਜੀ ਦੇ ਚਰਨਾਂ ਨਾਲ ਵਿੰਝ ਜਾਂਦਾ ਹੈ, ਵੱਜ ਜਾਂਦਾ ਹੈ, ਮਹਾਰਾਜ ਕਹਿੰਦੇ ਉਹ ਫਿਰ ਕਿਸੇ ਦਾ ਆਸਰਾ ਨਹੀਂ ਤੱਕਦੇ। ਉਹ ਕੇਵਲ ਤੇ ਕੇਵਲ ਜੇ ਆਸਰਾ ਤੱਕਦੇ ਐ, ਓਟ ਤੱਕਦੇ ਐ, ਉਹ ਪ੍ਰਮਾਤਮਾ ਵਾਹਿਗੁਰੂ ਜੀ ਦੀ ਓਟ ਤੱਕਦੇ ਐ। ਓਟ ਗੋਬਿੰਦ ਗੋਪਾਲ ਰਾਏ, ਕਿਉਂਕਿ ਉਹਨਾਂ ਦੇ ਮਨ ਵਿੱਚ ਭਰੋਸਾ ਵੱਜ ਜਾਂਦਾ ਹੈ ਵੀ ਮਾਨੁ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਏਕ ਹੈ ਭਗਵਾਨ। ਦੇਣ ਵਾਲਾ ਇੱਕੋ ਹੀ ਇੱਕ ਪ੍ਰਮਾਤਮਾ ਵਾਹਿਗੁਰੂ ਜੀ ਹੈ, ਸਾਰੇ ਉਹਦੇ ਦਰ ਦੇ ਮੰਗਤੇ ਹੈ। ਇਸ ਕਰਕੇ ਉਹਦੇ ਮਨ ਵਿੱਚ ਪੱਕਾ ਇਰਾਦਾ ਬਣ ਜਾਂਦਾ ਵੀ ਕਿਸੇ ਇਨਸਾਨ ਦੀ ਟੇਕ ਨਹੀਂ, ਮੈਂ ਜੇ ਟੇਕ ਰੱਖਣੀ ਹੈ ਉਹ ਭਗਵਾਨ ਦੀ ਟੇਕ ਰੱਖਣੀ ਹੈ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਟੇਕ ਰੱਖਣੀ ਹੈ। ਪਰਮਾਤਮਾ ਦੇ ਪਿਆਰੇ ਜੇ ਟੇਕ ਰੱਖਦੇ ਐ, ਭਰੋਸਾ ਰੱਖਦੇ ਐ, ਵਿਸ਼ਵਾਸ ਰੱਖਦੇ ਐ, ਆਸਰਾ ਰੱਖਦੇ ਐ, ਉਹ ਕੇਵਲ ਪਰਮਾਤਮਾ ਤੇ ਹੀ ਰੱਖਦੇ ਐ। ਸੇਵਾ ਸੁਆਮੀ ਲਾਹੋ, ਤੇ ਪਰਮਾਤਮਾ ਦੀ ਸੇਵਾ ਹੀ ਖੱਟਦੇ ਐ। ਇਹੀ ਸੇਵਾ ਖੱਟ ਕੇ ਉਹ ਦਰਗਾਹ ਵਿੱਚ ਜਾਂਦੇ ਐ। ਕਿਉਂਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਰਾਗ ਪੂਰਬੀ ਮਹੱਲਾ ਪੰਜਵਾ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹਾਂ ਖਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ, ਔਦ ਘਟੈ ਦਿਨ ਸਰੈ ਨਾਰੇ, ਮਨ ਗੁਰ ਮਿਲ ਕਾਜ ਸਵਾਰੇ। ਉਹਨਾਂ ਦੇ ਮਨ ਵਿੱਚ ਭਰੋਸਾ ਬਣ ਜਾਂਦਾ, ਜੇ ਇੱਥੇ ਅਸੀਂ ਭਲੇ ਦੇ ਕੰਮ ਕਰਾਂਗੇ, ਚੰਗੇ ਕੰਮ ਕਰਾਂਗੇ, ਪਰਮਾਤਮਾ ਦੀ ਸੇਵਾ ਕਰਾਂਗੇ, ਵਾਹਿਗੁਰੂ ਜੀ ਦਾ ਨਾਮ ਜਪਾਂਗੇ, ਇਹ ਅਸੀਂ ਆਪਣੇ ਨਾਲ ਧਨ ਇਕੱਠਾ ਕਰਕੇ ਲੈ ਕੇ ਜਾਵਾਂਗੇ। ਜਿਹੜਾ ਧਨ ਸਾਡੇ ਨਾਲ ਦਰਗਾਹ ਤੱਕ ਜਾਏਗਾ, ਅੱਜ ਜੋ ਅਸੀਂ ਇਕੱਠਾ ਕਰ ਰਹੇ ਹਾਂ, ਇਹ ਉਨਾ ਚਿਰ ਹੀ ਸਾਡੇ ਨਾਲ ਹੈ ਜਿੰਨਾ ਚਿਰ ਸਾਡੇ ਸਰੀਰ ਵਿੱਚ ਸਵਾਸ ਚੱਲਦੇ ਹੈ। ਸਰੀਰ ਤੋਂ ਬਾਅਦ ਹਰ ਇੱਕ ਚੀਜ਼ ਇਹ ਪਰਾਈ ਹੋ ਜਾਣੀ ਹੈ। ਸਾਡੇ ਨਾਲ ਇੱਕੋ ਹੀ ਇੱਕ ਚੀਜ਼ ਜਾਏਗੀ। ਕਿਹੜੀ ਚੀਜ਼? ਜੇ ਅਸੀਂ ਨਾਮ ਜਪਿਆ ਹੋਇਆ, ਭਲੇ ਦੇ ਕੰਮ ਕੀਤੇ ਹੋਏ, ਉਹ ਸਾਡੇ ਨਾਲ ਦਰਗਾਹ ਵਿੱਚ ਜਾਣਗੇ। ਮਹਾਰਾਜ ਕਹਿੰਦੇ, ਓਟ ਗੋਬਿੰਦ ਗੋਪਾਲ ਰਾਏ, ਪਰਮਾਤਮਾ ਦੇ ਪਿਆਰੇ ਪਰਮਾਤਮਾ ਦਾ ਆਸਰਾ ਤੱਕਦੇ ਐ। ਸੇਵਾ ਸੁਆਮੀ ਲਾਹੋ, ਉਹ ਲਾਭ ਵੀ ਇਹਨੂੰ ਹੀ ਮੰਨਦੇ ਐ ਵੀ ਅਸੀਂ ਪਰਮਾਤਮਾ ਦੀ ਸੇਵਾ ਕਰੀਏ। ਵਿਖਿਆ ਪੋਹੇ ਨ ਸਕਈ, ਮਿਲ ਸਾਧੂ ਗੁਣ ਗਾਹੋ। ਵਿਖਿਆ ਪੋਹੇ ਨਾ ਸਕਈ, ਵਿਖਿਆ ਤੋਂ ਭਾਵ ਹੈ ਮਾਇਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਉਸ ਇਨਸਾਨ ਨੂੰ ਮਾਇਆ ਪੋਹ ਨਹੀਂ ਸਕਦੀ। ਕਿਹਨੂੰ? ਜਿਹਦੇ ਕੰਠ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ, ਜਿਹਨੇ ਆਪਣਾ ਪਿਆਰ ਪਰਮੇਸ਼ਰ ਦੇ ਨਾਲ ਪਿਆ ਲਿਆ, ਉਹਨੂੰ ਮਾਇਆ ਦਾ ਮੋਹ ਸਤਾ ਨਹੀਂ ਸਕਦਾ। ਉਹ ਮਾਇਆ ਦੀ ਦਲਦਲ ਵਿੱਚ ਫਸ ਨਹੀਂ ਸਕਦਾ। ਮਿਲ ਸਾਧੂ ਗੁਣ ਗਾਹੋ, ਉਹ ਤਾਂ ਰੱਬ ਦੇ ਪਿਆਰੇ ਸਾਧੂ ਜਨਾਂ ਨਾਲ ਰਲ ਕੇ ਪਰਮਾਤਮਾ ਦਾ ਨਾਮ ਹੀ ਜਪਦੇ ਹਨ, ਪਰਮਾਤਮਾ ਦੀ ਸਿਫਤ ਸਲਾਹ ਵਿੱਚ ਡੁੱਬੇ ਹੀ ਰਹਿੰਦੇ ਹਨ। ਜਹ ਤੇ ਉਪਜੀ ਤਹ ਮਿਲੀ, ਸੱਚੀ ਪ੍ਰੀਤ ਸਮਾਹੋ। ਜਿਹੜੇ ਪਰਮਾਤਮਾ ਦਾ ਨਾਮ ਜਪਦੇ ਐ, ਵਾਹਿਗੁਰੂ ਜੀ ਨੂੰ ਯਾਦ ਕਰਦੇ ਐ, ਸਾਧੂ ਜਨਾਂ ਦੀ ਸੰਗਤ ਵਿੱਚ ਜਾ ਕੇ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ, ਮਹਾਰਾਜ ਕਹਿੰਦੇ ਉਹ ਇਹੋ ਜਿਹੇ ਬਣ ਜਾਂਦੇ ਐ, ਜਹ ਤੇ ਉਪਜੀ ਤਹ ਮਿਲੀ। ਉਹ ਜਿੱਥੋਂ ਪੈਦਾ ਹੁੰਦੇ ਐ ਉਹਦੇ ਵਿੱਚ ਹੀ ਸਮਾ ਜਾਂਦੇ ਐ। ਅਸੀਂ ਪਰਮਾਤਮਾ ਵਾਹਿਗੁਰੂ ਜੀ ਦੀ ਇੱਕ ਛੋਟੀ ਜਿਹੀ ਅੰਸ਼ ਹਾਂ। ਪਰਮਾਤਮਾ ਤੋਂ ਵਿਛੜ ਕੇ ਆਤਮਾ ਬਣਦੀ ਹੈ, ਤੇ ਜਿਹੜੀ ਆਤਮਾ ਫਿਰ ਪਰਮਾਤਮਾ ਵਿੱਚ ਜੁੜਦੀ ਹੈ, ਉਹ ਇੱਕੋ ਹੀ ਇੱਕ ਢੰਗ ਨਾਲ ਜੁੜ ਸਕਦੀ ਹੈ, ਪਰਮਾਤਮਾ ਦਾ ਨਾਮ ਜਪ ਕੇ। ਮਹਾਰਾਜ ਕਹਿੰਦੇ, ਜਿਹੜੇ ਰੱਬ ਦਾ ਨਾਮ ਜਪਦੇ ਹੈ,
ਜਿਹੜੇ ਆਪਣੇ ਕੰਠ ਵਿੱਚ ਪ੍ਰਮਾਤਮਾ ਦਾ ਨਾਮ ਪਰੋਈ ਰੱਖਦੇ ਐ, ਉਹ ਫਿਰ ਜਹ ਤੇ ਉਪਜੀ ਤਹ ਮਿਲੀ, ਉਹ ਪ੍ਰਮਾਤਮਾ ਦੇ ਨਾਲ ਅਭੇਦ ਹੋ ਜਾਂਦੇ ਹਨ, ਪ੍ਰਮਾਤਮਾ ਵਿੱਚ ਮੁੜ ਮਿਲ ਜਾਂਦੇ ਹਨ। ਸੱਚੀ ਪ੍ਰੀਤ ਸਮਾਹੋ, ਉਸ ਦੀ ਪ੍ਰੀਤ ਪ੍ਰਮਾਤਮਾ ਪ੍ਰਭੂ ਦੇ ਨਾਲ ਜੁੜੀ ਰਹਿੰਦੀ ਹੈ। ਸੱਚਾ ਕੌਣ ਹੈ? ਉਹ ਅਕਾਲ ਪੁਰਖ ਵਾਹਿਗੁਰੂ ਜੀ। ਉਹਦੇ ਨਾਲ ਉਸ ਇਨਸਾਨ ਦੀ ਪ੍ਰੀਤ ਹਮੇਸ਼ਾ ਹੀ ਜੁੜੀ ਰਹਿੰਦੀ ਹੈ। ਕਰ ਗਹਿ ਲੀਨੀ ਪਾਰ ਬ੍ਰਹਮ, ਬਹੁੜ ਨਾ ਵਿਛੜਿਆ ਹੋ। ਕਰ ਗਹਿ ਲੀਨੀ ਪਾਰ ਬ੍ਰਹਮ। ਮਹਾਰਾਜ ਕਹਿੰਦੇ ਜਿਹੜਾ ਰੱਬ ਦਾ ਨਾਮ ਜਪਦਾ ਹੈ, ਜਿਹੜਾ ਪ੍ਰਮਾਤਮਾ ਵਿੱਚ ਅਭੇਦ ਹੋ ਜਾਂਦਾ, ਫਿਰ ਪ੍ਰਮਾਤਮਾ ਵਾਹਿਗੁਰੂ ਜੀ, ਉਹ ਅਕਾਲ ਪੁਰਖ ਵਾਹਿਗੁਰੂ ਉਸ ਇਨਸਾਨ ਦਾ ਹੱਥ ਫੜ ਕੇ ਰੱਖਦਾ ਹੈ। ਜਿਹੜਾ ਵਾਹਿਗੁਰੂ ਜੀ ਵਿੱਚ ਅਭੇਦ ਹੋ ਜਾਂਦਾ, ਬਹੁੜ ਨਾ ਵਿਛੜਿਆ ਹੋ, ਉਹ ਮੁੜ ਕੇ ਪ੍ਰਮਾਤਮਾ ਦੇ ਚਰਨਾਂ ਤੋਂ ਕਦੇ ਵਿਛੜ ਨਹੀਂ ਸਕਦਾ। ਤੁਸੀਂ ਦੇਖੋਗੇ ਦੁਨਿਆਵੀ ਤੌਰ ਤੇ ਸੰਸਾਰ ਵਿੱਚ ਬੜੇ ਰਿਸ਼ਤੇ ਬਣਦੇ ਆ। ਪਤੀ ਪਤਨੀ ਦਾ ਰਿਸ਼ਤਾ, ਮਾਂ ਬਾਪ ਦਾ ਰਿਸ਼ਤਾ, ਭੈਣ ਭਰਾ ਦਾ ਰਿਸ਼ਤਾ, ਹੋਰ ਬੜੇ ਰਿਸ਼ਤੇ ਐ, ਸਾਕ ਸੰਬੰਧੀਆਂ ਦੇ ਰਿਸ਼ਤੇ ਬਣਦੇ ਵੀ ਐ, ਪਰ ਇਨਸਾਨ ਫਿਰ ਵਿਛੜ ਜਾਂਦੇ ਐ। ਪਤੀ ਪਤਨੀ ਦਾ ਤਲਾਕ ਹੋ ਜਾਂਦਾ, ਭੈਣ ਭਰਾ ਬੋਲਣ ਤੋਂ ਹਟ ਜਾਂਦੇ ਐ। ਗੁਰਮੁਖੋ, ਜੇ ਬੋਲ ਚਾਲ ਨਹੀਂ ਬੰਦ ਹੁੰਦੀ ਤਾਂ ਮਾਂ ਬਾਪ ਇਨਸਾਨ ਤੋਂ ਚੜ੍ਹਾਈ ਕਰ ਜਾਂਦੇ, ਬੱਚੇ ਫਿਰ ਇਕੱਲੇ ਰਹਿ ਜਾਂਦੀ ਹੈ। ਵਿਛੋੜਾ ਹੈ ਸੰਸਾਰ ਵਿੱਚ। ਜਿਹੜੇ ਅਸੀਂ ਰਿਸ਼ਤੇ ਬਣਾਉਨੇ ਆ ਉਹਦੇ ਵਿੱਚ ਵਿਛੋੜਾ ਹੈ, ਪਰ ਜੇ ਅਸੀਂ ਪਰਮਾਤਮਾ ਦੇ ਨਾਲ ਆਪਣਾ ਰਿਸ਼ਤਾ ਜੋੜ ਲਈਏ, ਵਾਹਿਗੁਰੂ ਜੀ ਨੂੰ ਯਾਦ ਕਰ ਲਈਏ, ਜਦੋਂ ਪਰਮਾਤਮਾ ਨੇ ਸਾਨੂੰ ਆਪਣੇ ਨਾਲ ਮਿਲਾ ਲਿਆ, ਫਿਰ ਮਹਾਰਾਜ ਕਹਿੰਦੇ ਉਹਦਾ ਕਦੇ ਵੀ ਵਿਛੋੜਾ ਨਹੀਂ ਪੈ ਸਕਦਾ। ਪਰਮਾਤਮਾ ਹਰ ਸਮੇਂ ਇਨਸਾਨ ਦੇ ਨਾਲ ਰਹਿੰਦਾ। ਫਿਰ ਕਰ ਗਹਿ ਲੀਨੀ ਪਾਰ ਬ੍ਰਹਮ, ਕਰ ਤੋਂ ਭਾਵ ਹੈ ਹੱਥ। ਜੇ ਪਰਮਾਤਮਾ ਵਾਹਿਗੁਰੂ ਜੀ ਕਿਸੇ ਦਾ ਹੱਥ ਫੜ ਲਏ, ਬਹੁੜ ਨਾ ਵਿਛੜਿਆ ਹੋ, ਉਹ ਫਿਰ ਕਿਸੇ ਦਾ ਹੱਥ ਛੱਡਦਾ ਨਹੀਂ ਜਿਹਦਾ ਹੱਥ ਫੜ ਲਏ। ਬਾਰ ਜਾਉ ਲੱਖ ਬੇਰੀਆ, ਹਰ ਸੱਜਣ ਅਗਮ ਅਗਾਹੋ। ਫਿਰ ਰੱਬ ਦੇ ਪਿਆਰੇ ਉਸ ਪਰਮਾਤਮਾ, ਅਗਾਹੋ ਤੋਂ ਭਾਵ ਹੈ ਜਿਹੜਾ ਡੂੰਘੇ ਜਿਗਰੇ ਵਾਲਾ, ਜਿਹੜਾ ਬੜਾ ਵੱਡਾ ਹੈ। ਅਗੰਮ ਤੋਂ ਭਾਵ ਹੈ ਅਪਹੁੰਚ, ਜਿਹਦੇ ਤੱਕ ਕਿਸੇ ਦੀ ਪਹੁੰਚ ਨਹੀਂ ਹੈ। ਉਹ ਪਰਮਾਤਮਾ ਵਾਹਿਗੁਰੂ ਜੀ ਅਪਹੁੰਚ ਹੈ, ਬੜਾ ਡੂੰਘਾ ਹੈ। ਜਿਹੜੇ ਰੱਬ ਦੇ ਪਿਆਰੇ ਪਰਮਾਤਮਾ ਨਾਲ ਮਿਲ ਜਾਂਦੇ ਹੈ, ਉਹ ਫਿਰ ਵਾਹਿਗੁਰੂ ਜੀ ਤੋਂ ਲੱਖਾਂ ਵਾਰ ਹੀ ਕੁਰਬਾਨ ਜਾਂਦੇ ਹੈ। ਹਰ ਇੱਕ ਸਾਹ ਦੇ ਨਾਲ ਪਰਮਾਤਮਾ ਤੋਂ ਕੁਰਬਾਨ ਜਾਂਦੇ ਹੈ। ਬਾਰ ਜਾਉ ਲੱਖ ਬੇਰੀਐ, ਲੱਖਾਂ ਵਾਰ ਕੁਰਬਾਨ ਜਾਂਦੇ ਹੈ, ਸਦਕੇ ਜਾਂਦੇ ਹੈ, ਵਾਰਨੇ ਜਾਂਦੇ ਹੈ। ਹਰ ਸੱਜਣ ਅਗਮ ਅਗਾਹੋ, ਉਹ ਪਰਮਾਤਮਾ ਵਾਹਿਗੁਰੂ ਜੀ ਤੋਂ। ਸਰਮ ਪਈ ਨਾਰਾਇਣ, ਨਾਨਕ ਦਰ ਪਈਆ ਹੋ। ਤੇ ਮਹਾਰਾਜ ਕਹਿੰਦੇ ਜਿਹੜੇ ਪਰਮਾਤਮਾ ਨਾਲ ਜੁੜ ਜਾਂਦੇ ਐ, ਪਰਮਾਤਮਾ ਵਿੱਚ ਅਭੇਦ ਹੋ ਜਾਂਦੇ, ਉਹ ਫਿਰ ਦੂਜੇ ਨੂੰ ਵੀ ਉਪਦੇਸ਼ ਦਿੰਦੇ ਐ ਵੀ ਭਾਈ ਤੁਸੀਂ ਵੀ ਪਰਮਾਤਮਾ ਦੀ ਸ਼ਰਨ ਵਿੱਚ ਆ ਜਾਓ, ਉਸ ਨਾਰਾਇਣ ਦੀ ਸ਼ਰਨ ਵਿੱਚ ਆ ਜਾਓ। ਜਿਹੜਾ ਵੀ ਪਰਮਾਤਮਾ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਆ ਗਿਆ, ਪਰਮਾਤਮਾ ਵਾਹਿਗੁਰੂ ਜੀ ਉਹਨੂੰ ਬਖਸ਼ ਲੈਂਦਾ, ਉਹਦੀ ਇੱਜ਼ਤ ਰੱਖਦਾ ਹੈ। ਸਰਮ ਪਈ ਨਾਰਾਇਣ ਹੈ, ਸਰਮ ਤੋਂ ਭਾਵ ਹੈ ਲਾਜ। ਜਿਹੜਾ ਪਰਮਾਤਮਾ ਦੇ ਦਰ ਤੇ ਆ ਕੇ ਡਿੱਗ ਗਿਆ, ਇਸ ਦਰ ਤੇ ਵੱਡੇ ਵੱਡੇ ਆ ਕੇ ਡਿੱਗੇ ਆ। ਭੂਮੀਏ ਚੋਰ ਵਰਗੇ ਡਿੱਗ ਗਏ, ਸੱਜਣ ਠੱਗ ਵਰਗੇ ਡਿੱਗ ਗਏ, ਕਿੰਨੇ ਪਾਪ ਕਰਨ ਵਾਲੇ ਜਦੋਂ ਇੱਕ ਵਾਰ ਪਰਮਾਤਮਾ ਦੇ ਚਰਨਾਂ ਵਿੱਚ ਡਿੱਗ ਗਏ ਤਾਂ ਪਰਮਾਤਮਾ ਨੇ ਉਹਨਾਂ ਦੀ ਇੱਜ਼ਤ ਰੱਖ ਲਈ, ਉਹਨਾਂ ਦਾ ਪਰਦਾ ਢੱਕ ਲਿਆ, ਉਹਨਾਂ ਦੀ ਲਾਜ ਰੱਖ ਗਈ। ਇਹ ਪਰਮਾਤਮਾ ਦਾ ਬਿਰਧ ਹੈ, ਉਹ ਆਪਣੇ ਬਿਰਧ ਬਾਣੇ ਦੀ ਲਾਜ ਰੱਖਦਾ। ਸਰਮ ਪਈ ਨਾਰਾਇਣ, ਨਾਨਕ ਦਰ ਪਈਆ ਹੋ। ਜਿਹੜੇ ਉਹਦੇ ਦਰ ਤੇ ਆ ਕੇ ਨਿਮਾਣੇ ਹੋ ਕੇ ਡਿੱਗ ਜਾਂਦੇ ਐ, ਪਰਮਾਤਮਾ ਵਾਹਿਗੁਰੂ ਉਹਨਾਂ ਨੂੰ ਆਪਣੇ ਗਲੇ ਨਾਲ ਲਾ ਲੈਂਦਾ ਹੈ। ਪੋਖ ਸੁਹੰਦਾ ਸਰਬ ਸੁਖ, ਜਿਸ ਬਖਸ਼ੇ ਵੇ ਪਰਵਾਹੋ। ਪੋਖ ਸੁਹੰਦਾ ਸਰਬ ਸੁਖ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਪੋਹ ਦਾ ਮਹੀਨਾ ਉਹਨਾਂ ਵਾਸਤੇ ਸੁਹੰਦਾ ਹੈ, ਸੋਹਣਾ ਹੈ, ਸੁੱਖਾਂ ਭਰਿਆ ਹੈ।
ਪੋਹ ਦਾ ਮਹੀਨੇ ਦੀ ਕੱਕਰ, ਪੋਹ ਦੇ ਮਹੀਨੇ ਦਾ ਕੋਰਾ ਉਹਨਾਂ ਨੂੰ ਦੁਖੀ ਨਹੀਂ ਕਰਦਾ, ਠੰਡਾ ਨਹੀਂ ਕਰਦਾ। ਕਿਨਾਂ ਨੂੰ? ਜਿਸ ਬਖਸ਼ੇ ਵੇ ਪ੍ਰਵਾਹੋ, ਜਿਨ੍ਹਾਂ ਨੂੰ ਪ੍ਰਮਾਤਮਾ ਵਾਹਿਗੁਰੂ ਜੀ ਬਖਸ਼ ਦੇਵੇ, ਜਿਨ੍ਹਾਂ ਨੂੰ ਪ੍ਰਮਾਤਮਾ ਵਾਹਿਗੁਰੂ ਜੀ ਬਖਸ਼ ਦਿੰਦਾ, ਉਹਨਾਂ ਨੂੰ ਪੋਹ ਦਾ ਮਹੀਨਾ ਫਿਰ ਸੁਹਾਵਣਾ ਬਣ ਜਾਂਦਾ। ਬਖਸ਼ਦਾ ਕਿਨਾਂ ਨੂੰ ਹੈ? ਜਿਹੜੇ ਪ੍ਰਮਾਤਮਾ ਦੇ ਹੁਕਮ ਵਿੱਚ ਚੱਲਦੇ ਐ, ਜਿਹੜੇ ਪ੍ਰਮਾਤਮਾ ਦੇ ਭਾਣੇ ਵਿੱਚ ਚੱਲਦੇ ਐ। ਬੱਚਾ ਆਪਣੇ ਮਾਂ-ਬਾਪ ਦੇ ਹੁਕਮ ਵਿੱਚ ਚੱਲੇ ਤਾਂ ਮਾਪੇ ਖੁਸ਼ ਹੁੰਦੇ ਐ। ਇਸੇ ਤਰ੍ਹਾਂ ਜਿਹੜਾ ਇਨਸਾਨ ਅਕਾਲ ਪੁਰਖ ਵਾਹਿਗੁਰੂ ਜੀ ਦੇ ਆਪਣੇ ਗੁਰੂ ਸਾਹਿਬ ਦੇ ਭਾਣੇ ਵਿੱਚ ਚੱਲਦਾ ਤਾਂ ਪ੍ਰਮਾਤਮਾ ਵਾਹਿਗੁਰੂ ਜੀ ਪੂਰੇ ਸਤਿਗੁਰੂ ਜੀ ਉਸ ਇਨਸਾਨ ਨੂੰ ਫਿਰ ਬਖਸ਼ ਦਿੰਦੇ ਐ। ਜਿਨ੍ਹਾਂ ਨੂੰ ਪ੍ਰਮਾਤਮਾ ਬਖਸ਼ ਦੇਵੇ ਉਹਨਾਂ ਦੇ ਘਰ ਵਿੱਚ ਲੱਖਾਂ ਹੀ ਖੁਸ਼ੀਆਂ ਆ ਜਾਂਦੀਆਂ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਬਖਸ਼ਣਾ ਕੀ ਹੈ? ਗੁਰੂ ਜੀ ਦੀ ਨਦਰ ਪੈ ਜਾਣੀ। ਜਿਹਦੇ ਤੇ ਗੁਰੂ ਦੀ ਨਦਰ ਪੈ ਗਈ ਉਹ ਫਿਰ ਮਹਾਰਾਜ ਕਹਿੰਦੇ ਹਮੇਸ਼ਾ ਹੀ ਸੁਖੀ ਰਹਿੰਦਾ, ਕੱਲਾ ਪੋਹ ਦੇ ਮਹੀਨੇ ਵਿੱਚ ਨਹੀਂ, ਉਹਦੀ ਸਾਰੀ ਜ਼ਿੰਦਗੀ ਸੁਹਾਵਣੀ ਬਣ ਜਾਂਦੀ ਹੈ। ਸਤਿਗੁਰੂ ਜੀ ਨੇ ਇਸ ਸ਼ਬਦ ਅੰਦਰ ਸਾਡੇ ਤੇ ਇਹੀ ਕਿਰਪਾ ਕੀਤੀ ਹੈ, ਭਾਈ ਪੋਹ ਦਾ ਮਹੀਨੇ ਦਾ ਕੱਕਰ ਉਹਨਾਂ ਨੂੰ ਤੰਗ ਨਹੀਂ ਕਰਦਾ, ਜਿਹੜੇ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦੇ ਨਾਮ ਨੂੰ ਵਸਾ ਲੈਂਦੇ ਐ। ਉਹਨਾਂ ਦੇ ਤਨ ਨੂੰ ਵੀ ਠੰਡ ਨਹੀਂ ਲੱਗਦੀ ਤੇ ਉਹਨਾਂ ਦੇ ਮਨ ਨੂੰ ਵੀ ਠੰਡ ਨਹੀਂ ਲੱਗਦੀ। ਇਹ ਕੱਲਾ ਸਤਿਗੁਰੂ ਜੀ ਨੇ ਕਿਹਾ ਹੀ ਨਹੀਂ, ਗੁਰਮੁਖੋ ਹਫ਼ਤੇ ਬਾਅਦ ਸ਼ਹੀਦੀ ਦਿਹਾੜੇ ਚੱਲਣ ਵਾਲੇ ਐ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਛੱਡਣਾ। ਸੋਚ ਕੇ ਦੇਖੋ, ਅੱਜ ਤਾਂ ਠੰਡ ਹੀ ਬਹੁਤ ਘੱਟ ਪੈਂਦੀ ਹੈ, ਉਹ ਸਮੇਂ ਅੰਦਰ ਕਿੰਨੀ ਠੰਡ ਸੀ। ਬਜ਼ੁਰਗਾਂ ਨੂੰ ਪੁੱਛ ਕੇ ਦੇਖੋ, ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਠੰਡੇ ਬੁਰਜ ਵਿੱਚ ਬੈਠੇ ਐ, ਥੱਲੇ ਕੋਈ ਕੱਪੜਾ ਨਹੀਂ ਹੈ, ਕੋਈ ਗਰਮ ਬਿਸਤਰਾ ਨਹੀਂ, ਉੱਤੇ ਲੈਣ ਵਾਸਤੇ ਵੀ ਕੋਈ ਗਰਮ ਕੱਪੜਾ ਨਹੀਂ ਹੈ, ਪਰ ਫਿਰ ਵੀ ਉਹਨਾਂ ਨੂੰ ਠੰਡੇ ਬੁਰਜ ਵਿੱਚ ਬੈਠਿਆਂ ਨੂੰ ਵੀ ਠੰਡ ਸਤਾ ਨਹੀਂ ਰਹੀ। ਕਿਉਂ ਨਹੀਂ ਸਤਾ ਰਹੀ? ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਸੀ, ਉਹਨਾਂ ਦੇ ਕੰਠ ਵਿੱਚ ਪਰਮਾਤਮਾ ਦਾ ਨਾਮ ਵਸਿਆ ਹੋਇਆ ਸੀ। ਕਿੰਨੇ ਸਿੰਘ ਸਿੰਘਣੀਆਂ ਸਰਸਾ ਨਦੀ ਦੀ ਭੇਟ ਵਿੱਚ ਚੜੇ ਐ, ਚਮਕੌਰ ਦੀ ਗੜੀ ਵਿੱਚ ਕਿੰਨੇ ਸਿੰਘ ਸ਼ਹੀਦ ਹੋਏ, ਕਿੰਨੀ ਉਦੋਂ ਠੰਡ ਸੀ, ਪਰ ਉਹਨਾਂ ਨੂੰ ਠੰਡ ਕਿਉਂ ਨਹੀਂ ਸੀ ਲੱਗਦੀ? ਕਿਉਂਕਿ ਉਹਨਾਂ ਦੇ ਕੰਠ ਵਿੱਚ ਪਰਮਾਤਮਾ ਦਾ ਨਾਮ ਸੀ। ਗੁਰੂ ਸਾਹਿਬ ਨੇ ਕੱਲਾ ਬਾਣੀ ਵਿੱਚ ਲਿਖਿਆ ਹੀ ਨਹੀਂ, ਸਾਨੂੰ ਪ੍ਰੈਕਟੀਕਲ ਕਰਕੇ ਵੀ ਵਿਖਾਇਆ ਹੈ। ਬੇਸਿੱਖਾ, ਜੇ ਤੂੰ ਨਾਮ ਜਪੇਗਾ ਫਿਰ ਤੈਨੂੰ ਬਾਹਰਲੀ ਠੰਡ ਵੀ ਨਹੀਂ ਲੱਗੇਗੀ ਤੇ ਅੰਦਰ ਵੀ ਤੇਰੇ ਕਦੇ ਸੁਸਤੀ ਨਹੀਂ ਪਏਗੀ, ਆਲਸ ਨਹੀਂ ਪਏਗੀ। ਤੂੰ ਸਦਾ ਹੀ ਚੁਸਤ ਰਹੇਗਾ, ਭਲੇ ਦੇ ਕੰਮ ਕਰਨ ਵਾਸਤੇ ਸਦਾ ਹੀ ਤਿਆਰ ਬਰ ਤਿਆਰ ਰਹੇਗਾ, ਦੂਜੇ ਦਾ ਭਲਾ ਕਰਨ ਵਾਸਤੇ ਤਿਆਰ ਰਹੇਗਾ, ਨਾਮ ਜਪਣ ਵਾਸਤੇ ਤਿਆਰ ਰਹੇਗਾ, ਅੰਮ੍ਰਿਤ ਵੇਲੇ ਉੱਠਣ ਵਾਸਤੇ ਤਿਆਰ ਰਹੇਗਾ, ਗੁਰਦੁਆਰਾ ਸਾਹਿਬ ਜਾਣ ਵਾਸਤੇ ਸਦਾ ਹੀ ਤਿਆਰ ਰਹੇਗਾ। ਪਰ ਜੇ ਤੇਰੇ ਮਨ ਵਿੱਚ ਨਾਮ ਨਹੀਂ, ਜੇ ਤੂੰ ਪਰਮਾਤਮਾ ਨੂੰ ਆਪਣੇ ਕੰਠ ਵਿੱਚ ਨਹੀਂ ਵਸਾਇਆ, ਵਾਹਿਗੁਰੂ ਜੀ ਦਾ ਸਿਮਰਨ ਨਹੀਂ ਕਰਦਾ, ਫਿਰ ਤੇਰੇ ਤਨ ਨੂੰ ਵੀ ਠੰਡ ਲੱਗੇਗੀ ਤਾਂ ਤੇਰੇ ਮਨ ਨੂੰ ਵੀ ਸੁਸਤੀ ਚੜੀ ਰਹੇਗੀ, ਆਲਸ ਰਹੇਗੀ। ਸੋ ਗੁਰਮੁਖੋ, ਇਹ ਸਨ ਜੋ ਅੱਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਸਾਡੇ ਤੇ ਕਿਰਪਾ ਕੀਤੀ ਹੈ, ਸਾਨੂੰ ਪੋਹ ਦੇ ਮਹੀਨੇ ਦੁਆਰਾ ਉਪਦੇਸ਼ ਬਖਸ਼ਿਆ ਹੈ। ਇਹ ਉਪਦੇਸ਼ ਸਾਡੇ ਹਿਰਦਿਆਂ ਦੇ ਅੰਦਰ ਸਦਾ ਵਾਸਤੇ ਵਸ ਜਾਏ, ਅਸੀਂ ਨਾਮ ਦੇ ਨਾਲ ਜੁੜ ਜਾਈਏ, ਅਸੀਂ ਪਰਮਾਤਮਾ ਵਾਹਿਗੁਰੂ ਜੀ ਦਾ ਸਿਮਰਨ ਕਰਨ ਲੱਗ ਜਾਈਏ, ਤਾਂ ਜੋ ਸਾਡੇ ਮਨ ਵਿੱਚ ਹਮੇਸ਼ਾ ਹੀ ਆਨੰਦ ਬਣਿਆ ਰਹੇ, ਸਾਡੇ ਮਨ ਵਿੱਚ ਸ਼ਾਂਤੀ ਆ ਜਾਏ, ਸਾਡਾ ਮਨ ਹਮੇਸ਼ਾ ਹੀ ਠੰਡਾ ਰਵੇ, ਨਾਮ ਜਪਣ ਵਾਸਤੇ ਅਸੀਂ ਉਦਮੀ ਰਹੀਏ। ਇਹ ਉਪਦੇਸ਼ ਸਤਿਗੁਰੂ ਜੀ ਦਾ ਆਪਣੇ ਹਿਰਦਿਆਂ ਦੇ ਅੰਦਰ ਵਸਾ ਕੇ ਜਾਇਓ। ਅੱਜ ਸੰਗਰਾਂਦ ਦੇ ਮਹੀਨੇ ਦੀ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ। ਸਾਡੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਹੈ, ਮਹਾਰਾਜ ਆਪ ਜੀ ਆਪਣੇ ਸਿੱਖਾਂ ਤੇ ਹਮੇਸ਼ਾ ਹੀ ਆਪਣਾ ਮਿਹਰ ਭਰਿਆ ਹੱਥ ਰੱਖਿਓ, ਚੜ੍ਹਦੀਆਂ ਕਲਾਂ ਵਿੱਚ ਰੱਖਿਓ। ਸਮੂਹ ਸੰਗਤਾਂ ਨੂੰ ਇਹ ਸੰਗਰਾਂਦ ਦਾ ਪਵਿੱਤਰ ਦਿਹਾੜਾ ਖੁਸ਼ੀਆਂ ਭਰਿਆ ਆਵੇ। ਮਹਾਰਾਜ ਆਪਣੇ ਚਰਨਾਂ ਨਾਲ ਜੋੜੀ ਰੱਖਿਓ। ਸਾਰੀਆਂ ਸੰਗਤਾਂ ਨੂੰ ਨਾਮਦਾਨ, ਗੁਰਸਿੱਖੀ ਦਾਨ ਬਖਸ਼ਿਓ। ਸੋ ਗੁਰਮੁਖੋ, ਨਾਮ ਜਪਿਆ ਕਰੋ, ਗੁਰੂ ਵਾਲੇ ਬਣੋ, ਅੰਮ੍ਰਿਤ ਛਕੋ, ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ,
वाहिगुरु जी की फतेह।